ਸਾਥੀਓ, मैं गल करन लगा कि अज तो 4-5 दिन पहला नकोदर दे विच जिहड़े 2 कतल होए सीगे। एक सीगा टिम्मी चावला जिहड़ा दुकानदार है जिन्होंने फरौती दे करके मार दिता गया। दूजा उहदे नाल सीगा उहदा गनमैन जिहड़ा पंजाब पुलिस दा सिपाही सीगा मनदीप। उन्हां दोवां दी जिहड़ी ओह जान चलेगी। कल मैं भोग दे उत्ते गया सीगा टिम्मी ते जो हालात पिछले दिनां च उहनूं झल्लणे पए, 1 महीना किवें ओह दहशत दे विच रिहा, ਉਹ मैं तुहाडे नाल सांझे कर लगा कि दोवें चले गए आ, वापस नहीं उन्हां चों किसी ने भी आउणा। टिम्मी दीयां 2 बेटियां ने छोटियां छोटियां ते मनदीप दा 1 बेटा है 2 साल दा। कल्ला उन्हां दोवां दा कतल नहीं होया, इन्हां बच्चियां दे भविख दा भी कतल होया, इन्हां दीयां आसां उम्मीदां दा भी कतल होया, इन्हां दीयां खाशां दा भी कतल होया। और इन्हां कतलां तो बाद कुछ सिੱਖਣ ਦੀ ਲੋੜ है, सिस्टम ਦੇ ਵਿੱਚ ਸੁਧਾਰ ਕਰਨ ਦੀ ਲੋੜ है। ਹੋਰ ਕਿੰਨੀਆਂ ਕੁ ਜਾਨਾਂ ਜਿਹੜੀਆਂ ਜਾਣਗੀਆਂ, ਚਾਹੇ ਉਹ ਕਾਰੋਬਾਰੀਆਂ ਦੇ ਰੂਪ 'ਚ ਹੋਣ, ਚਾਹੇ ਉਹ ਗੈਂਗਸਟਰ ਦੇ ਰੂਪ 'ਚ ਹੋਣ, ਚਾਹੇ ਉਹ ਨਸ਼ੇ ਦੇ ਨਾਲ ਜਿਹੜੀਆਂ ਜਾਨਾਂ ਜਾਂਦੀਆਂ ਨੇ, ਕਿੰਨੀਆਂ ਕੁ ਜਾਨਾਂ ਤੇ ਕਿੰਨੀ ਕੁ ਜਿਹੜੀ ਜਵਾਨੀ ਆ ਉਹ ਪੰਜਾਬ ਦੀ ਬਰਬਾਦ ਹੈ ਜੇ ਹੋਰ ਹੋਣੀ ਆ। ਇਹਦੇ ਵਿੱਚ ਸਿਸਟਮ ਕਿੱਥੇ ਜ਼ਿੰਮੇਵਾਰ ਸੀਗਾ, ਉਹਨਾਂ ਵੱਲੋਂ ਕੀ ਕੀ ਕੁਤਾਹੀਆਂ ਹੋਈਆਂ। ਜੇ ਮੈਂ ਕਹਿ ਲਵਾਂ ਨਾ ਕਿ ਕਿਹਨੂੰ ਕਿਹਨੂੰ ਗੁਨਾਹਗਾਰ ਕਵਾਂ ਮੈਂ, ਵਜੇ ਬੇਰੰਗੀ ਗੁਲਜ਼ਾਰ कहूं या ना कहूं, कौन कितना है गुनहगार कहूं या ना कहूं। जो होया ਉਹਨਾਂ ਨਾਲੋਂ ਜਿਨ੍ਹਾਂ ਹਾਲਾਤਾਂ ਚੋਂ ਨਿਕਲੇ ਆ ਉਹ ਮੈਂ ਤੁਹਾਨੂੰ ਦੱਸਣ ਲੱਗਾ ਕਿ ਜਿਨ੍ਹਾਂ ਦੇ ਭਰੋਸੇ ਦੇ ਵਿੱਚ ਜਿਨ੍ਹਾਂ ਅਫਸਰਾਂ ਨੇ ਉਹਨਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ, ਜਿਨ੍ਹਾਂ ਦੇ ਕਰਕੇ ਉਹਨਾਂ ਦੀ ਜਾਨ ਗਈ, ਜਿਨ੍ਹਾਂ ਦੇ ਭਰੋਸੇ ਦੇ ਵਿੱਚ ਉਹ ਆ ਗਏ ਤੇ ਉਹਨਾਂ ਨੂੰ ਮੌਤ ਦਾ ਜਿਹੜਾ ਸਾਹਮਣਾ ਕਰਨਾ ਪੈ ਗਿਆ, ਉਹਨਾਂ ਦੀ ਕਿਤੇ ਜ਼ਿੰਮੇਵਾਰੀ ਤੈਅ ਹੋਊਗੀ ਜਾਂ ਅੱਗੋਂ ਵੀ ਕਿਤੇ ਇਹਨਾਂ ਚੀਜ਼ਾਂ ਦੇ ਉੱਤੋਂ ਸਬਕ ਲਿਆ ਜਾਊਗਾ। ਹੁਣ ਮੈਂ ਦੱਸਣ ਲੱਗਾ ਕਿ ਜੋ ਉਹਦੇ ਨਾਲ ਉਹਨਾਂ ਦਿਨਾਂ ਦੇ ਵਿੱਚ ਹੋਇਆ। ਟਿੰਮੀ ਜਿਹੜਾ ਉਹ ਏਡੀਸੀ ਕੋਲ ਜਾਂਦਾ, ਜਿਹੜੇ ਜਲੰਧਰ ਦੇ ਏਡੀਸੀ ਨੇ, ਆਪਣਾ ਲਾਇਸੈਂਸ ਬਣਾਉਣ ਲਈ ਆਪਣੇ ਦੋਸਤ ਦੇ ਨਾਲ। ਤੇ ਕੱਲ ਉਹਦੇ ਦੋਸਤ ਨੇ ਜੋ ਮੈਨੂੰ ਦੱਸਿਆ ਤੇ ਬਹੁਤ ਜ਼ਿਆਦਾ ਉਹ ਸ਼ਰਮਨਾਕ ਹੈ ਉਸ ਏਡੀਸੀ ਵਾਸਤੇ ਵੀ। ਉਹ ਏਡੀਸੀ ਕੋਲ ਲਾਇਸੈਂਸ ਬਣਾਉਣ ਜਾਂਦਾ ਔਰ ਏਡੀਸੀ ਅੱਗੋਂ ਉਹਨੂੰ ਕਹਿੰਦਾ ਕਿ ਪ੍ਰਮਾਤਮਾ ਬੈਠਾ, ਜੇ ਤੂੰ ਮਰਨਾ ਆਇਆ ਤੇ ਮਰ ਹੀ ਜਾਣਾ, ਜੇ ਤੂੰ ਨਹੀਂ ਤੇਰੀ ਆਈ ਤੇ ਫਿਰ ਤੂੰ ਨਹੀਂ ਮਰ ਸਕਦਾ, ਕੋਈ ਪਿਸਤੌਲ ਨੇ ਤੈਨੂੰ ਬਚਾ ਨਹੀਂ ਲੈਣਾ। ਮੈਂ ਵੀ ਕਹਿੰਦਾ ਕਿ ਪਿਸਤੌਲ ਉਹਨੂੰ ਬਚਾ ਨਹੀਂ ਸੀ ਸਕਦਾ, ਜਿਹੜਾ ਉਹਨੂੰ ਮਾਰਨ ਦੀ ਨੀਤ ਨਾਲ ਹੀ ਆ ਗਿਆ। ਉਹਨੂੰ ਕੋਈ ਪਿਸਤੌਲ ਕੱਢਣ ਦਾ ਕਿਸੇ ਨੇ ਮੌਕਾ ਵੀ ਨਹੀਂ ਸੀ ਦੇਣਾ। ਪਰ ਜਿਹੜੇ ਏਡੀਸੀ ਵੱਲੋਂ ਉਹਨੂੰ ਇਹ ਸ਼ਬਦ ਵਰਤੇ ਗਏ, ਇਹ ਬੇਹੱਦ ਘਟੀਆ ਤੇ ਅਗਲੇ ਦਾ ਦਿਲ ਤੋੜਨ ਵਾਲੇ ਸੀਗੇ। ਉਸ ਤੋਂ ਬਾਅਦ ਉਹ ਵਾਰੀ-ਵਾਰੀ ਜਾ ਕੇ ਐਸਐਸਪੀ ਕੋਲ ਦਵਾਈ ਦਿੰਦਾ ਰਿਹਾ। ਪਹਿਲਾਂ 3 ਉਹਨੂੰ ਗਨਮੈਨ ਦਿੱਤੇ, ਫਿਰ ਹੌਲੀ-ਹੌਲੀ ਜਦੋਂ ਉਹਦੀ ਮੌਤ ਹੋਈ ਉਹਦੇ ਨਾਲ 1 ਗਨਮੈਨ ਰਹਿ ਗਿਆ ਸੀਗਾ। ਕੁਝ ਉਹਦੇ ਜਿਹੜੇ 2 ਗਨਮੈਨ ਨੇ ਉਹ ਵਾਪਸ ਲੈ ਲਏ ਗਏ। ਐਸਐਸਪੀ ਨੂੰ ਉਹਨੇ ਇੱਥੋਂ ਤੱਕ ਰਿਕੁਐਸਟ ਕੀਤੀ ਕਿ ਮੈਂ ਪੰਜਾਬ ਛੱਡ ਜਾਵਾਂ, ਮੈਂ ਪੰਜਾਬ ਨੂੰ ਛੱਡ ਕੇ ਚਲੇ ਜਾਵਾਂ। ਇਹ ਵੀ ਮੈਨੂੰ ਪਤਾ ਲੱਗਾ ਕਿ ਕਿਤੇ ਨਾ ਕਿਤੇ ਉਹਦੀ ਪੈਸੇ ਦੀ ਵੀ ਉਹਨਾਂ ਨਾਲ ਸੈਟਲਮੈਂਟ ਹੋਣ ਨੂੰ ਤਿਆਰ ਸੀਗੀ, ਪਰ ਅਫਸਰਾਂ ਦੇ ਭਰੋਸੇ 'ਚ ਆ ਕੇ ਉਹਨੇ ਉਹਨਾਂ ਦਾ ਭਰੋਸਾ ਰੱਖਣ ਲਈ ਕੋਈ ਪੈਸੇ ਨਹੀਂ ਦਿੱਤੇ ਤੇ ਜਿਹੜਾ ਉਹ ਮੌਤ ਦੇ ਮੂੰਹ ਦੇ ਵਿੱਚ ਚਲੇ ਗਿਆ। ਜਿਹੜੇ ਥੱਲੇ ਪੁਲਿਸ ਅਫਸਰਾਂ ਦੇ ਕੋਲੋਂ ਜਾਂਦਾ ਰਿਹਾ ਉਹਨੂੰ ਕਹਿੰਦੇ ਰਹੇ ਕਿ ਉੱਪਰ ਮਿਲੋ ਜਾ ਕੇ। ਮਤਲਬ ਇਹ ਕਿ ਉਹਨੂੰ ਸੀਰੀਅਸਲੀ ਕਿਸੇ ਨੇ ਲਿਆ ਹੀ ਨਹੀਂ, ਸਿਰਫ ਫਾਰਮੈਲਿਟੀ ਕੀਤੀ ਗਈ ਜਿਵੇਂ ਬਾਕੀ ਸਾਰਿਆਂ ਦੇ ਨਾਲ ਕੀਤੀ ਜਾਂਦੀ ਹੈ। ਬਹੁਤ ਥਾਵਾਂ ਤੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹੋ ਜਿਹੇ ਅਫਸਰ ਲੱਗੇ ਆ। ਸਾਡੇ ਜ਼ਿਲ੍ਹੇ ਦੇ ਵਿੱਚ ਵੀ ਇੱਕ ਅਫਸਰ ਹੈਗਾ, ਮੈਨੂੰ ਪਤਾ ਲੱਗਾ ਉਹਨੂੰ ਕਿਸੇ ਬੰਦੇ ਨੇ ਜਾ ਕੇ ਕਿਹਾ ਕਿ ਮੈਨੂੰ ਗੈਂਗਸਟਰਾਂ ਦੀਆਂ ਧਮਕੀਆਂ ਆ ਰਹੀਆਂ ਨੇ, ਆ ਬਾਹਰਲੇ ਨੰਬਰਾਂ ਤੋਂ ਫੋਨ ਆਉਂਦੇ ਨੇ। ਤੇ ਉਹ ਅਫਸਰ ਅੱਗੋਂ ਉਹਨੂੰ ਕਹਿੰਦਾ ਤੂੰ ਇਹਨੂੰ ਬਲੌਕ ਕਰ ਦੇ। ਹੁਣ ਉਹਨੂੰ ਮੈਂ ਪੁੱਛਣਾ ਚਾਹੁੰਦਾ ਅਫਸਰ ਨੂੰ, ਉਹ ਨੰਬਰ ਤੇ ਬਲੌਕ ਕਰ ਦੂਗਾ, ਅਗਲਿਆਂ ਦੀ ਆਉਂਦੀ ਗੋਲੀ ਕਿਸ ਤਰ੍ਹਾਂ ਬਲੌਕ ਕਰੂਗਾ? ਤੁਹਾਡੇ ਲੋਕਾਂ ਕੋਲ ਜੇ ਲੋਕ ਆਸ ਨਾਲ ਜਾਂਦੇ ਨੇ ਨਾ, ਤੇ ਉਹਨਾਂ ਲੋਕਾਂ ਨੂੰ ਵੀ ਮੈਂ ਕਹਿਣਾ ਚਾਹੁੰਦਾ ਤੇ ਮੈਂ ਤੁਹਾਨੂੰ ਵੀ ਕਹਿਣਾ ਚਾਹੁੰਦਾ, ਤੁਸੀਂ ਉਹ ਹਾਲਾਤ ਬਣਾ ਦਿੱਤੇ ਕਿ ਬਰੂਦ ਕੇ ਢੇਰ पे बैठी हुई दुनिया ਸ਼ੋਲੋਂ ਸੇ ਹਿਫਾਜ਼ਤ का हुनर पूछती है। ਮਨਦੀਪ ਨੂੰ ਬਚਾਉਂਦਿਆਂ ਜਿਹੜੀਆਂ ਗੋਲੀਆਂ ਲੱਗੀਆਂ, ਉਹਨੂੰ ਮੇਰੇ ਖਿਆਲ 3 ਕਿ 4 ਗੋਲੀਆਂ ਜਿਹੜੀਆਂ ਵੱਜੀਆਂ ਔਰ 8:15 ਜੋ ਉਹਦੇ ਨਾਲ ਹੋਇਆ ਮੈਂ ਉਹ ਵੀ ਦੱਸਣ ਲੱਗਾ ਕਿ 8:15 ਦੇ ਕਰੀਬ ਇਹ ਹਾਦਸਾ ਵਾਪਰਦਾ। ਉਦੋਂ ਉਹਦੇ ਘਰ ਦੇ ਉਹਨੂੰ ਹਸਪਤਾਲ ਲੈ ਕੇ ਜਾਂਦੇ ਨੇ। ਹਸਪਤਾਲ ਪਹੁੰਚਦਿਆਂ ਅੱਧਾ ਘੰਟਾ ਉਹਨਾਂ ਨੂੰ ਲੱਗਾ ਹੋਊਗਾ। ਉਹ ਹਸਪਤਾਲ ਵਾਲੇ ਉਹਨੂੰ ਅਗਲੇ ਹਸਪਤਾਲ ਦੇ ਵਿੱਚ ਰੈਫਰ ਕਰ ਦਿੰਦੇ ਨੇ, ਜਿੱਥੇ ਜਾਂਦਿਆਂ ਪੂਰੇ ਟਾਈਮ ਦੇ ਵਿੱਚ 10 ਵੱਜ ਜਾਂਦੇ ਨੇ। 10 ਵਜੇ ਦਾ ਉਹ ਬੰਦਾ ਹਸਪਤਾਲ ਦੇ ਵਿੱਚ ਗਿਆ ਹੋਵੇ ਤੇ 10 ਵਜੇ ਤੋਂ ਰਾਤ 2 ਵਜੇ ਤੱਕ ਉਹਨੂੰ ਸਿਰਫ ਮੈਡੀਕਲ ਅਫਸਰ, ਜਿਹਨੂੰ ਐਮਓ ਕਹਿ ਦਿੰਦੇ ਆ, ਉਹ ਹੈਂਡਲ ਕਰਦਾ ਰਿਹਾ। 2 ਵਜੇ ਹਸਪਤਾਲ ਦੇ ਵਿੱਚ ਸਰਜਨ ਆਉਂਦੇ ਆ ਔਰ ਉਸ ਤੋਂ ਬਾਅਦ ਉਹਨੂੰ ਦੱਸਦੇ ਆ ਕਿ 95% ਬੰਦਾ ਤੁਹਾਡਾ ਠੀਕ ਹੈ। 95% ਠੀਕ ਦੱਸਣ ਦਾ ਮਤਲਬ ਇਹ ਹੁੰਦਾ ਵੀ ਉਹਦੀ ਜਾਨ ਬਚ ਜਾਣੀ ਹੈ। 20,000 ਰੁਪਏ ਦੀਆਂ ਉਹਨਾਂ ਨੇ ਦਵਾਈਆਂ ਆਪ ਜਿਹੜੀਆਂ ਉੱਥੋਂ ਖਰੀਦੀਆਂ। ਉਸ ਤੋਂ ਲਹਿਦਾ 30,000 ਰੁਪਇਆ ਇੱਕ, 50,000 ਰੁਪਇਆ ਇੱਕ, 1,70,000 ਰੁਪਇਆ ਜਿਹੜਾ ਉਹਨਾਂ ਕੋਲ ਇੱਕ ਲਿਆ ਜਾਂਦਾ, 2,30,000 ਰੁਪਇਆ ਜਿਹੜਾ ਹਸਪਤਾਲ 'ਚ ਜਮ੍ਹਾਂ ਕਰਾਇਆ ਗਿਆ ਔਰ 20,000 ਦੀਆਂ ਦਵਾਈਆਂ ਅੱਡ। ਜੇ ਦਵਾਈ ਉਹਨਾਂ ਨੇ ਅੱਡ ਲੈ ਲਈ ਆਪਣੀ ਤੇ ਉਸ ਤੋਂ ਬਾਅਦ ਮੈਂ ਪੁੱਛਣਾ ਚਾਹੁੰਦਾ ਕਿ ਹਸਪਤਾਲ ਨੂੰ ਕੋਈ ਪੁੱਛਣ ਵਾਲਾ ਹੈਗਾ ਕਿ ਬਾਕੀ ਖਰਚਾ ਸਵੇਰੇ 10 ਵਜੇ ਤੁਸੀਂ ਉਹਦਾ ਐਲਾਨ ਕਰ ਦਿੰਦੇ ਹੋ ਵੀ ਉਹਦੀ ਮੌਤ ਹੋ ਗਈ ਆ, 12 ਘੰਟਿਆਂ ਦੇ ਵਿੱਚ 2.5 ਲੱਖ ਰੁਪਏ ਦਾ ਹਸਪਤਾਲ ਦੇ ਵਿੱਚ ਕੀ ਉਹਨੇ ਲਾ ਲਿਆ।
ICU ਦੇ ਵਿੱਚ ਰਿਹਾ ਹੋਊਗਾ, ਉਹਦਾ 5-7 10,000 ਰੁਪਇਆ ਖਰਚਾ ਹੋਊਗਾ। ਤੁਹਾਡੇ ਡਾਕਟਰ ਵੱਡੇ ਤੋਂ ਵੱਡੇ ਵੀ ਆ ਗਏ ਹੋਣਗੇ ਰਾਤ ਦੇ ਵਿੱਚ 3 4 5 4-5,000 ਤੋਂ ਉੱਤੇ ਵਿਜ਼ਿਟ ਦੀ ਫੀਸ ਨਹੀਂ ਹੋਊਗੀ। ਫਿਰ 2,50,000 ਰੁਪਇਆ ਜਿਹੜਾ ਉਹਦਾ ਉਹ ਬਣਾ ਦਿੱਤਾ ਗਿਆ। ਮਤਲਬ ਇਸ ਮੌਕੇ ਦੇ ਉੱਤੇ ਵੀ ਇਹ ਨਹੀਂ ਵੇਖਿਆ ਗਿਆ, ਉਹਨੂੰ ਪਹਿਲਾਂ ਪੈਸੇ ਜਮ੍ਹਾਂ ਕਰਾਉਣ ਲਈ ਕਿਹਾ ਗਿਆ ਔਰ ਉਸ ਤੋਂ ਬਾਅਦ ਉਹਦੇ ਨਾਲ ਜਿਹੜਾ ਮਿਸਬਿਹੇਵ ਉਹਦੇ ਪਰਿਵਾਰ ਨਾਲ ਕੀਤਾ ਗਿਆ। ਕੱਲ ਉਹ ਪਰਿਵਾਰ, ਉਹਦਾ ਬ੍ਰਦਰ ਰੋ ਰਿਹਾ ਸੀਗਾ। ਇੱਕ ਡਾਕਟਰ ਉਹਨਾਂ ਨੂੰ ਕੰਟੀਨ 'ਚ ਮਿਲਦਾ ਔਰ ਉਹਨੂੰ ਪੁੱਛਦੇ ਨੇ ਕਿ ਸਾਡੇ ਭਰਾ ਦਾ ਹਾਲ ਕੀ ਹੈ, ਔਰ ਡਾਕਟਰ ਅੱਗੋਂ ਉਹਨੂੰ ਪੈਂਦਾ ਕਿਤਨਾ ਕਿ ਮੈਂ ਕੱਲੇ ਨੂੰ ਹਾਲ ਦੱਸੂਗਾ, ਮੇਰੇ ਦਫ਼ਤਰ 'ਚ ਇੱਕ ਜਣਾ ਆ ਜਾਓ ਤੇ ਮਤਲਬ ਉਹਨੂੰ ਪੁੱਛ ਲਿਓ। ਪੁਲਿਸ ਮੁਲਾਜ਼ਮ ਨੂੰ ਗੋਲੀ ਲੱਗੀ ਹੋਵੇ, ਸਾਰੇ ਅਫਸਰ ਉਹਦੇ ਨਾਲ ਗਏ ਹੋਣ ਤੇ ਫੇਰ ਹਸਪਤਾਲ ਆਪਣੀਆਂ ਇੰਨੀਆਂ ਮਨਮਾਨੀਆਂ ਕਰਨ, ਇੰਨੀ ਲੁੱਟ ਖਸੁੱਟ ਕਰਨ, ਫਿਰ ਇਹਦੀ ਕਿਹਦੀ ਛੱਤਰ ਛਾਇਆ ਦੇ ਵਿੱਚ ਹੈ? ਸਰਕਾਰ ਇਹ ਸਪਸ਼ਟ ਤੇ ਕਰੇ ਕਿ ਇਹ ਜਿਹੜੇ ਪ੍ਰਾਈਵੇਟ ਹਸਪਤਾਲ ਆ, ਪ੍ਰਾਈਵੇਟ ਸਕੂਲ ਹੈ, ਹੁਣ ਕਿਹਦੀ ਛੱਤਰ ਛਾਇਆ ਦੇ ਹੇਠ ਚੱਲ ਰਹੇ ਆ? ਕੀ ਕਦੀ ਇਸ ਦੇ ਵਿੱਚ ਸੁਧਾਰ ਹੋਊਗਾ? ਕੀ ਜਿਹੜੇ ਬਦਲਾਵ ਦੀਆਂ ਗੱਲਾਂ ਕੀਤੀਆਂ ਗਈਆਂ ਸੀਗੀਆਂ ਉਹ ਬਦਲਾਵ ਆਊਗਾ ਕਦੀ? ਮੈਂ ਸਾਰਿਆਂ ਨੂੰ ਮਾੜਾ ਨਹੀਂ ਕਹਿੰਦਾ, ਪਰ ਮੈਂ ਉਹਨਾਂ ਡਾਕਟਰਸ ਨੂੰ ਵੀ ਕਹਿਣਾ ਚਾਹੁੰਦਾ ਜਿਨ੍ਹਾਂ ਦੇ ਸਰਕਾਰਾਂ ਤੇ ਸਿਸਟਮ ਦੇ ਨਾਲ ਹੱਥ ਰਲੇ ਆ, ਉਹਨਾਂ ਨੂੰ ਕੋਈ ਖੌਫ ਹੀ ਨਹੀਂ। ਮੈਂ ਉਹਨਾਂ ਨੂੰ ਕਹਿੰਦਾ ਤੁਹਾਨੂੰ ਸਰਕਾਰਾਂ ਦਾ ਖੌਫ ਨਹੀਂ, ਤੁਹਾਨੂੰ ਸਿਸਟਮ ਦਾ ਖੌਫ ਨਹੀਂ, ਪਰ ਪ੍ਰਮਾਤਮਾ ਦੇ ਖੌਫ ਤੇ ਖਾਓ। ਤੁਹਾਡਾ ਦਿਲ ਨਹੀਂ ਤੁਹਾਨੂੰ ਦੱਸਦਾ ਵੀ ਅੱਜ ਯਾਰ ਤੁਸੀਂ ਕਿਸੇ ਨਾਲ ਗਲਤ ਕਰਕੇ ਆਏ ਹੋ। ਤੁਹਾਡੇ ਲਈ ਇਹ ਗੱਲ ਮੈਂ ਕਹਿ ਲਵਾਂ ਨਾ ਕਿ ਕਿਸ ਸੇ तुम दोष छुपाओगे अपने, किस से तुम दोष छुपाओगे अपने, अपना मन भी तो दर्पण होता है। कि कदी तुसी अंदर झाती नहीं मारी अपने मन के शीशे दे विच भी लोग तुहाडे कोल किन्नी आस नाल आउंदे आ ते किद्दां तड़फदे होए ते तुहानूं गालां कढदे जांदे आ। इस सारे सिस्टम दे नाल सूबे दा नुकसान हो रहा, आउण वाली पीढ़ी दा नुकसान हो रहा। ਪਹਿਲਾਂ ਬੱਚੇ ਬਾਹਰ ਜਾਂਦੇ ਸੀਗੇ, ਆਪਾਂ ਕਹਿੰਦੇ ਸੀ ਬੱਚਿਆਂ ਦਾ ਬ੍ਰੇਨ ਜਿਹੜਾ ਉਹ ਡਰੇਨ ਹੋ ਰਿਹਾ, ਮਨੀ ਜਿਹੜੀ ਸਾਡੀ ਉਹ ਡਰੇਨ ਹੋ ਰਹੀ ਆ। ਜਿਹੜਾ ਉਹ ਪੈਸਾ ਕਮਾਉਂਦੇ ਸੀਗੇ ਮਾਪੇ, ਉਹ ਕਮਾ ਕੇ ਉਹਦੇ ਤੇ ਪੈਸਾ ਲਾ ਕੇ ਬੱਚੇ ਨੂੰ ਬਾਹਰ ਭੇਜ ਦਿੰਦੇ ਸੀ। ਹੁਣ ਬੱਚਾ ਨਹੀਂ ਬਾਹਰ ਜਾ ਰਿਹਾ, ਹੁਣ ਸਮੁੱਚਾ ਵਪਾਰ ਜਿਹੜਾ ਪੰਜਾਬ ਤੋਂ ਬਾਹਰ ਜਾਣਾ ਸ਼ੁਰੂ ਹੋ ਗਿਆ। ਲੋਕ ਆਪਣਾ ਵਪਾਰ ਨਾਲ ਲੱਗਦੇ ਸੂਬਿਆਂ ਦੇ ਵਿੱਚ ਉਹਨਾਂ ਨੇ ਕਰਨਾ ਸ਼ੁਰੂ ਕਰ ਦਿੱਤਾ। ਬੱਚੇ ਬਾਹਰ ਜਾ ਰਹੇ ਆ, ਵਪਾਰ ਇੱਥੋਂ ਖਤਮ ਹੋ ਰਿਹਾ ਤੇ ਇਸ ਸੂਬੇ ਦੇ ਨੁਕਸਾਨ ਦੀ ਭਰਪਾਈ ਕੌਣ ਕਰੂਗਾ? ਇੰਨੇ ਬੱਚੇ ਬਾਹਰ ਜਾਣਾ, ਇੰਨਾ ਵਪਾਰੀਆਂ ਦਾ ਡਰੇ ਹੋਣਾ, ਇੰਨਾ ਵਪਾਰ ਬਾਹਰ ਜਾਣਾ, ਇੱਕ ਜਿਹੜਾ ਇਸ਼ਾਰਾ, ਇੱਕ ਮਤਲਬ ਸਿਗਨਲ ਆ ਜਿਹੜਾ ਕਿ ਪੰਜਾਬ ਦੇ ਤਬਾਹ ਹੋਣ ਦਾ। ਇਹਦੇ ਲਈ ਕਿਸੇ ਸ਼ਾਇਰ ਨੇ ਬਹੁਤ ਖੂਬ ਲਿਖਿਆ कि जे अजय भी ना समझे कि ये एक इशारा है, ये एक इशारा है आफते नागहानी का, किसी जगह से परिंदों का कूच कर जाना। लोकां दे ते किते आपां इत्थे साइबेरियन पंछी आउंदे आ ते किड्डी आस दे नाल ओहदियां खबरां लगदियां कितों ते पंछी गायब हो जाण ते ओह भी एक इशारा हुंदा भी कोई तबाही आउण वाली आ जां मतलब कोई नुकसान होण वाला वा। ਇੰਨਾ ਬੱਚਾ ਸਾਡਾ ਬਾਹਰ ਚਲੇ ਗਿਆ, ਇੰਨਾ ਵਪਾਰੀ ਸਾਡਾ ਇੱਥੇ ਪੰਜਾਬ 'ਚ ਪੈਸੇ ਲਾਉਣ ਨੂੰ ਤਿਆਰ ਨਹੀਂ। ਅਜੇ ਵੀ ਸਾਨੂੰ ਅਕਲ ਨਹੀਂ ਆ ਰਹੀ ਕਿ ਯਾਰ ਅਸੀਂ ਸਿਸਟਮ ਨੂੰ ਠੀਕ ਕਿੱਦਾਂ ਕਰਨਾ। ਜਿਹੜੇ ਇੱਥੇ ਕੰਮ ਕਰਦੇ ਆ ਉਹ ਵਿਚਾਰੇ ਆਪਣੀ ਫਰੌਤੀ ਦੇ ਦੇ ਕੇ ਜਾਨ ਛੁਡਾ ਰਹੇ ਆ ਔਰ ਡਰਦੇ ਕਿਸੇ ਦੇ ਨਾਲ ਗੱਲ ਵੀ ਨਹੀਂ ਕਰਦੇ, ਚੁੱਪ ਚਪੀਤੇ ਹੀ ਪੈਸੇ ਦੇ ਦਿੰਦੇ ਆ। ਤੇ ਜਿਹੜੇ ਨਹੀਂ ਦਿੰਦੇ ਉਹਨਾਂ ਦਾ ਹਾਲ ਤੁਸੀਂ ਦੇਖ ਲਓ ਵੀ ਕੀ ਹੋ ਰਿਹਾ। ਲੋਕ ਡਰੇ ਹੋਏ ਨੇ, ਵਪਾਰੀ ਡਰੇ ਹੋਏ ਨੇ। ਇੱਥੇ ਤੇ ਆਮ ਇਹ ਕਿਹਾ ਜਾਂਦਾ ਵੀ ਜਿੱਥੇ ਕ੍ਰਾਈਮ ਘਟੂਗਾ ਉੱਥੇ ਵਪਾਰ ਵਧੂਗਾ, ਪਰ ਇੱਥੇ ਜਿਹੜਾ ਉਹ ਕ੍ਰਾਈਮ ਵੱਧ ਰਿਹਾ ਤੇ ਵਪਾਰ ਘਟ ਰਿਹਾ। ਤੇ ਜੇ ਵਪਾਰ ਵਧੂਗਾ ਤੇ ਉਹਦੇ ਨਾਲ ਜੇ ਕ੍ਰਾਈਮ ਵੀ ਘਟੂਗਾ ਤੇ ਉਹਦੇ ਨਾਲ ਨਸ਼ਾ ਵੀ ਘਟੂਗਾ। ਇਹਨਾਂ ਚੀਜ਼ਾਂ ਦੇ ਨਾਲ ਤੁਸੀਂ ਆਪਣੇ ਸੂਬੇ ਦਾ ਸੁਧਾਰ ਕਰ ਸਕਦੇ ਹੋ। ਵਪਾਰੀ ਇੱਥੇ ਡਰਿਆ ਮਹਿਸੂਸ ਕਰਦਾ, ਵਪਾਰੀ ਇੱਥੇ ਕੰਮ ਕਰਨ ਨੂੰ ਤਿਆਰ ਨਹੀਂ ਤੇ ਨਾ ਤੇ ਇੱਥੇ ਕ੍ਰਾਈਮ ਘਟਣਾ ਤੇ ਨਾ ਇੱਥੇ ਜਿਹੜਾ ਉਹ ਨਸ਼ਾ ਘਟਣਾ ਵਾ। ਔਰ ਸਰਕਾਰ ਇੱਕ ਗੱਲ ਚੰਗੀ ਤਰ੍ਹਾਂ ਸਮਝ ਲਵੇ, ਜਿਹੜੀ ਮੈਂ ਅੱਜ ਇੱਕ ਗੱਲ ਕਹਿਣੀ ਚਾਹੁੰਦਾ ਔਰ ਮੈਂ ਬਾਰ-ਬਾਰ ਇਹ ਗੱਲ ਕਹਿਣਾ ਕਿ ਕ੍ਰਾਈਮ, ਗੈਂਗਸਟਰ ਤੇ ਨਸ਼ਾ ਸਰਕਾਰ ਦੀ ਪ੍ਰਾਇੋਰਟੀ ਤੇ ਹੈ ਨਾ। ਇਹਨਾਂ ਦੋਵਾਂ ਨੂੰ ਪੁਲਿਸ ਕੱਲੀ ਖਤਮ ਨਹੀਂ ਕਰ ਸਕਦੀ। ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ, ਤੁਸੀਂ ਨਸ਼ਾ ਜਿਹੜਾ ਉਹ ਟਰਾਲੀਆਂ ਭਰ ਕੇ ਫੜ ਲਓ, ਉਹਨੂੰ ਸਾੜ ਦਿਓ, ਫੜੀ ਜਾਓ। ਗੈਂਗਸਟਰ ਬੱਸਾਂ ਭਰ ਕੇ ਮਾਰੀ ਜਾਓ, ਇਹ ਤੁਹਾਡੇ ਖਤਮ ਦੋਵੇਂ ਨਹੀਂ ਮੁੱਕ ਸਕਦੇ। ਜਿੰਨਾ ਚਿਰ ਬੱਚਿਆਂ ਨੂੰ ਰੁਜ਼ਗਾਰ ਨਹੀਂ ਮਿਲਦਾ, ਜਿੰਨਾ ਚਿਰ ਬੱਚਿਆਂ ਨੂੰ ਇੱਜ਼ਤਮਾਨ ਦੀ ਰੋਟੀ ਨਹੀਂ ਮਿਲਦੀ। ਮੈਨੂੰ ਅੱਜ ਕਿਸੇ ਬਹੁਤ ਸੀਨੀਅਰ ਸਿਟੀਜ਼ਨ ਚੰਡੀਗੜ੍ਹ ਚੋਂ ਰਹਿੰਦੇ ਨੇ ਔਰ ਬਹੁਤ ਅਮੀਰ ਆਦਮੀ ਨੇ, ਉਹ ਬਜ਼ੁਰਗ ਨੇ, ਮਤਲਬ ਉਹਨਾਂ ਦਾ ਇੱਕ ਮੈਨੂੰ ਮੈਸੇਜ ਆਇਆ ਅੱਜ ਔਰ ਮੇਰੇ ਫੋਨ ਦੇ ਵਿੱਚ ਹੈ। ਉਹਦੇ ਵਿੱਚ ਉਹ ਕਹਿੰਦੇ ਨੇ ਕਿ ਪੰਜਾਬ ਦਾ DGP ਇੰਨਾ ਇਮਾਨਦਾਰ ਹੈ, ਇੰਨਾ ਕਾਬਲ ਹੈ, ਫਿਰ ਵੀ ਇਹ ਸਿਸਟਮ ਜਿਹੜਾ ਕੰਟਰੋਲ ਕਿਉਂ ਨਹੀਂ ਹੋ ਰਿਹਾ? ਪੰਜਾਬ ਦੇ ਵਿੱਚ ਕ੍ਰਾਈਮ ਕਿਉਂ ਨਹੀਂ ਘਟ ਰਿਹਾ? ਪੰਜਾਬ ਦੇ ਵਿੱਚ ਨਸ਼ਾ ਕਿਉਂ ਨਹੀਂ ਘਟ ਰਿਹਾ? ਉਹਨਾਂ ਲਈ ਮੈਂ ਇੱਕ ਗੱਲ ਉਹਨਾਂ ਨੂੰ ਵੀ ਦੱਸੀ ਹੈ ਤੇ ਮੈਂ ਸਰਕਾਰ ਨੂੰ ਵੀ ਦੱਸਣੀ ਚਾਹੁੰਦਾ ਕਿ CM ਤੇ DGP ਇਹਨਾਂ ਨੂੰ ਜੁਆਇੰਟ ਪਾਲਿਸੀ ਬਣਾਉਣੀ ਪਊਗੀ। ਬੱਚਿਆਂ ਨੂੰ ਕੰਮ ਕਿਸ ਤਰ੍ਹਾਂ ਦਿੱਤਾ ਜਾ ਸਕਦਾ, ਬੱਚਿਆਂ ਨੂੰ ਹੋਰ ਪਾਸੇ ਲਾਇਆ ਕਿਸ ਤਰ੍ਹਾਂ ਜਾ ਸਕਦਾ। ਪਰ ਇੱਥੇ ਸਰਕਾਰ ਜਿਹੜੀ ਆ ਉਹ ਰਾਜਕਤਾ ਫੈਲਾ ਰਹੀ ਆ, ਉਹ ਭੁੱਖਮਰੀ ਫੈਲਾ ਰਹੀ ਆ ਤੇ ਆਸ ਕਰਦੀ ਆ ਵੀ ਪੁਲਿਸ ਸਾਰੇ ਮਤਲਬ ਕੰਮ ਕਰ ਦੇਵੇ, ਸਾਡੇ ਠੀਕ ਕਰ ਦੇਵੇ।
ਕੰਮ ਸਾਰੇ ਬੰਦ ਆ। ਮੇਰੀ ਗੱਲ ਸ਼ਾਇਦ ਤੁਹਾਨੂੰ ਸਾਰਿਆਂ ਨੂੰ ਹਾਸੂ ਹੀ ਨਹੀਂ ਲੱਗੂਗੀ, ਪਰ ਇਹਦੇ ਰਿਜ਼ਲਟ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਭੁਗਤਣੇ ਪੈਣਗੇ। ਰੇਤ ਪੰਜਾਬ ਦੇ ਵਿੱਚ ਅੱਜ ਸਭ ਤੋਂ ਮਹਿੰਗੀ ਹੈ, ਰੇਤ ਬੰਦ ਹੈ। ਮੈਂ ਅੱਗੇ ਵੀ ਇੱਕ ਦਿਨ ਖਲੋ ਕੇ ਟਰਾਲੀਆਂ ਦੇ ਬਾਹਰ ਕਿਹਾ ਸੀਗਾ ਕਿ ਰੇਤ ਦੇ ਨਾਲ ਮਜ਼ਦੂਰ, ਸ਼ਟਰਿੰਗ ਵਾਲਾ, ਰੰਗ ਰੋਗਣ ਵਾਲਾ, ਬਿਜਲੀ ਵਾਲਾ, ਪੱਥਰ ਵਾਲਾ, ਲੱਕੜ ਵਾਲਾ, ਰੇੜੇ ਵਾਲਾ, ਰਿਕਸ਼ੇ ਵਾਲਾ, ਉਹ ਸਾਰੇ ਲੋਕ ਜੁੜੇ ਨੇ, ਉਹ ਸਾਰੇ ਵਿਹਲੇ ਹੋ ਗਏ। ਘਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਮਾੜਾ ਚੰਗਾ ਕੰਮ ਉਹ ਕਰ ਰਹੇ ਆ। ਮਾੜੇ ਕੰਮਾਂ ਵੱਲ ਕਈਆਂ ਦਾ ਧਿਆਨ ਜਾ ਰਿਹਾ, ਥੋੜੇ ਥੋੜੇ ਪੈਸਿਆਂ ਦੇ ਨਾਲ ਉਹਨਾਂ ਨੂੰ ਵਰਗਲਾਇਆ ਜਾ ਰਿਹਾ, ਗਲਤ ਕੰਮ ਉਹਨਾਂ ਕੋਲੋਂ ਕਰਾਏ ਜਾ ਰਹੇ ਆ। ਹੁਣ ਤੱਕ ਜਿੰਨੇ ਵੀ ਕ੍ਰਿਮੀਨਲ ਫੜੇ ਆ, ਜਿਨ੍ਹਾਂ ਨੇ ਵੱਡੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ, ਉਹਨਾਂ ਨੂੰ ਗੈਂਗਸਟਰ ਜਿਹੜਾ ਨਾਮ ਦਿੱਤਾ ਜਾਂਦਾ, ਉਹ ਕਿੰਨੇ ਕੁ ਅਮੀਰ ਫੜੇ ਆ। ਤੁਸੀਂ ਅੱਜ ਉਹਨਾਂ ਸਾਰਿਆਂ ਦੀ ਡਿਟੇਲ ਘਰੋ ਘਰੀ ਪੱਤਰਕਾਰ ਵੀ ਜਾ ਕੇ ਲੈ ਕੇ ਮਤਲਬ ਆ ਸਕਦੇ ਆ ਕਿ ਕਿੰਨੇ ਕੁ ਅਮੀਰ ਆ ਔਰ ਕਿੰਨੇ ਕੁ ਪੈਸੇ ਲੈ ਕੇ ਉਹਨਾਂ ਨੇ ਸਾਰੇ ਕੰਮ ਕੀਤੇ। ਸਾਰਾ ਘੋਖਣ ਤੇ ਇਹਦੇ ਉੱਤੇ ਵਿਚਾਰ ਕਰਨ ਦੀ ਲੋੜ ਹੈ। ਆ ਤਰਨਤਾਰਨ ਦੇ ਵਿੱਚ ਵੀ ਜਿਹੜਾ ਪਰਸੋਂ ਹਮਲਾ ਹੋਇਆ ਰਾਕਟ ਲਾਂਚਰ ਦੇ ਨਾਲ, ਅੱਜ ਇੱਕ ਚੈਨਲ ਚਲਾ ਰਿਹਾ ਸੀਗਾ, ਜੇ ਮੈਂ ਕਿਤੇ ਗਲਤ ਨਾ ਹਾਂ, ਕਿ ਉਹ ਢਾਬੇ ਤੇ ਬੰਦੇ ਬੈਠੇ ਗੱਲਾਂ ਕਰਦੇ ਸੀ। ਜਿਹੜਾ ਕੋਈ ਪੁਲਿਸ ਨੂੰ ਕਲੂ ਮਿਲ ਰਿਹਾ, ਉਹਦੇ ਵਿੱਚ 3 ਹਿੰਦੀ ਬੋਲਣ ਵਾਲੇ ਸੀਗੇ ਤੇ 1 ਪੰਜਾਬੀ ਸੀਗਾ। ਅਖੀਰ ਉਹ ਫੜੇ ਜਾਣੇ ਨੇ, ਉਹਨਾਂ ਦੇ ਵਿੱਚੋਂ ਵੀ ਪਤਾ ਲੱਗ ਜਾਣਾ ਵੀ ਕੌਣ ਕਿੰਨੇ ਕੁ ਅਮੀਰ ਸੀਗੇ ਔਰ ਕਿੰਨੇ ਕੁ ਪੈਸਿਆਂ ਲਈ ਉਹਨਾਂ ਨੇ ਕੰਮ ਕੀਤਾ। ਸਭ ਮਾਤੜ ਘਰਾਂ ਦੇ ਵਿੱਚੋਂ ਨੇ ਜਿਨ੍ਹਾਂ ਨੇ ਇਹਨਾਂ ਕੰਮਾਂ ਨੂੰ ਅੰਜਾਮ ਦਿੱਤੇ, ਜਿਨ੍ਹਾਂ ਦੇ ਘਰ ਰੋਜੀ ਰੋਟੀ ਨਹੀਂ ਚੱਲਦੀ। ਜੋ ਥੋੜੇ ਬਹੁਤ ਫੜੇ ਵੀ ਆ, ਜੋ ਵੱਡੇ ਘਰਾਂ ਦੇ ਹੋਣਗੇ, ਉਹ ਕਿਤੇ ਸਿਸਟਮ ਦੇ ਸਤਾਏ ਹੋਣਗੇ ਜਾਂ ਉਹਨਾਂ ਨਾਲ ਕੋਈ ਵਧੀਕੀ ਹੋਈ ਹੋਊਗੀ। ਗੈਂਗਸਟਰ ਤੇ ਨਸ਼ਾ ਖਤਮ ਕਰਨ ਵਾਲੇ ਇਹ ਬਿਆਨ ਜਿਹੜੇ ਪੁਲਿਸ ਸਰਕਾਰ ਦਿੰਦੀ ਆ ਨਾ, ਇਹਨਾਂ ਦਾ ਲੋਕਾਂ ਨੇ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ। ਲੋਕ ਥੱਲੇ ਤੁਹਾਨੂੰ ਲਿਖਦੇ ਪਤਾ ਕੀ ਆ, ਜਦੋਂ ਤੁਸੀਂ ਨਸ਼ਾ ਤੇ ਗੈਂਗਸਟਰ ਖਤਮ ਕਰਨ ਦੀਆਂ ਗੱਲਾਂ ਕਰਦੇ ਹੋ ਤੇ ਲੋਕ ਤੁਹਾਡਾ ਮਜ਼ਾਕ ਉਡਾਉਂਦੇ ਨੇ ਕਿ ਤੁਹਾਡੇ ਕੋਲੋਂ ਤੇ ਅਜੇ ਤੱਕ ਚਾਈਨਾ ਡੋਰ ਨਹੀਂ ਖਤਮ ਹੋਈ ਪੰਜਾਬ ਦੇ ਵਿੱਚ, ਫਿਰ ਤੁਸੀਂ ਨਸ਼ਾ ਕਿੱਥੋਂ ਖਤਮ ਕਰ ਲੋਗੇ, ਫਿਰ ਤੁਸੀਂ ਗੈਂਗਸਟਰ ਕਿੱਥੋਂ ਖਤਮ ਕਰ ਲੋਗੇ। ਫਿਰ ਇਹ ਤੇ ਹੋ ਨਹੀਂ ਸਕਦਾ ਕਿ ਸਰਕਾਰ ਲੋਕਾਂ ਨੂੰ ਕੰਮ ਵੀ ਨਾ ਦੇਵੇ ਤੇ ਜਿਹੜਾ ਹੈਗਾ ਉਹਨੂੰ ਵੀ ਤਬਾਹ ਕਰੀ ਜਾਵੇ ਤੇ ਲੋਕ ਕ੍ਰਾਈਮ ਨਾ ਕਰਨ। ਇਹ ਦੋ ਚੀਜ਼ਾਂ ਚੱਲਣੀਆਂ ਨਹੀਂ। ਆਪ ਸਾਰਾ ਸਿਸਟਮ ਵਿਗਾੜ ਕੇ ਤੇ ਪੁਲਿਸ ਨੂੰ ਤੁਸੀਂ ਕਹਿ ਰਹੇ ਹੋ ਕਿ ਇਹਨੂੰ ਕੰਟਰੋਲ ਕਰੇ। ਆਵਾਜ਼ ਵੀ ਤੁਸੀਂ ਦਬਾਉਣ ਦੀ ਕੋਸ਼ਿਸ਼ ਕਰਦੇ ਹੋ ਕਿ ਤੁਹਾਡੇ ਖਿਲਾਫ ਕੋਈ ਆਵਾਜ਼ ਵੀ ਨਾ ਚੁੱਕੇ। ਇਸ ਤਰੀਕੇ ਤੁਹਾਡਾ ਸਿਸਟਮ ਤੇ ਤੁਹਾਡਾ ਸੂਬਾ ਨਹੀਂ ਸੁਧਰ ਸਕਦਾ। ਮਾਨ ਸਾਹਿਬ ਤੇ ਕੇਜਰੀਵਾਲ ਸਾਹਿਬ, ਲੋਕਾਂ ਦੀ ਆਵਾਜ਼ ਤੁਸੀਂ ਦਬਾ ਨਹੀਂ ਸਕਦੇ। ਜੇ ਇਹਨੂੰ ਜ਼ਿਆਦਾ ਦਬਾਉਣ ਦੀ ਕੋਸ਼ਿਸ਼ ਕਰੋਗੇ ਤੇ ਇਹ ਬਗਾਵਤ ਬਣ ਕੇ ਲੋਕਾਂ ਦੇ ਵਿੱਚ ਉੱਭਰ ਪੈਣੀ ਹੈ, ਜਿਵੇਂ ਬੇਅਦਬੀ ਵੇਲੇ ਉੱਭਰੀ ਸੀਗੀ। ਸੋ ਇਹ ਗੱਲਾਂ ਨਾ ਕਰੋ ਕਿ ਲੋਕ ਮਾਰੇ ਵੀ ਜਾਣ ਤੇ ਲੋਕ ਤੜਫਣ ਵੀ ਨਾ, ਲੋਕ ਆਪਣੀ ਆਵਾਜ਼ ਵੀ ਨਾ ਚੁੱਕਣ। ਤੁਸੀਂ ਤੇ ਉਹ ਹਾਲਤ ਕਰ ਰਹੇ ਹੋ कि ना तड़पने की इजाजत है ना फरियाद की, घुट घुट के मर जाओ यही मर्जी है मेरे सयाद की। सो मैं तुहानू फिर एक बेनती करदा, इस सब ते तुहानू मिल के काम करना पैना। तुहानू डीजीपी दे नाल सीएम नू आपो अपना जिहड़ा रोल अदा करना पैना वा। सरकार अपना फर्ज निभावे, लोकां नू काम कर दवे ते पुलिस अपना फर्ज निभावे। हुण तक मेरा ख्याल 50 तो उपर जिहड़े कतल हो चुके आ फरौतियां दे करके जां आपसी मुठभेड़ करके, आपसी लागतबाजी दे नाल, जिन्हों आपां गैंगस्टरां दा नाम दे दिंदे आ। छेती तो छेती ਇਹਦੇ ਉੱਤੇ ਨੀਤੀ ਬਣਾਉਣ ਦੀ ਲੋੜ ਹੈ, ਨਹੀਂ ਤੇ ਨਾ ਪੰਜਾਬ ਦੇ ਵਿੱਚ ਬੱਚੇ ਤੇ ਅੱਗੇ ਹੀ ਨਹੀਂ ਬਚੇ। ਜੇ ਕੰਮਕਾਰ ਵੀ ਨਾ ਬਚਿਆ ਤੇ ਫਿਰ ਇਸ ਸੂਬੇ 'ਚ ਕੀ ਤੁਸੀਂ ਇਲੈਕਸ਼ਨਾਂ ਕਰਾਓਗੇ, ਕੀ ਤੁਸੀਂ ਜਿੱਤੋਗੇ, ਕੀ ਮਤਲਬ ਇਹਦੇ ਉੱਤੇ ਤੁਸੀਂ ਰਾਜ ਕਰੋਗੇ। ਇਹਦੇ ਉੱਤੇ ਇੱਕ ਜੁਆਇੰਟ ਜਿਹੜੀ ਤੁਹਾਨੂੰ ਰਲ ਕੇ ਕੰਮ ਕਰਨਾ ਪੈਣਾ, ਪੁਲਿਸ ਨੂੰ ਤੇ ਸਰਕਾਰ ਨੂੰ। ਇਹਦੇ ਉੱਤੇ ਪਾਲਿਸੀ ਬਣਾਉਣੀ ਪੈਣੀ ਆ। ਮੈਂ ਅਖੀਰ 'ਚ ਫਿਰ ਤੁਹਾਨੂੰ ਕਹਿੰਦਾ, ਮਾਰ ਮਾਰ ਕੇ ਤੇ ਫੜ ਫੜ ਕੇ ਤੁਹਾਡੇ ਕੋਲੋਂ ਨਸ਼ਾ ਕੁਝ ਵੀ ਖਤਮ ਨਹੀਂ ਹੋਣਾ। ਬੱਚਿਆਂ ਨੂੰ ਇੱਜ਼ਤ ਮਾਣ ਵਾਲੀ ਰੋਟੀ ਦੇਣੀ ਪੈਣੀ ਆ। ਔਰ ਛੇਤੀ ਤੋਂ ਛੇਤੀ ਜੇ ਸਰਕਾਰ ਜਾਗੇ, ਕਿਉਂਕਿ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ। ਪਤਾ ਨਹੀਂ ਕਿਹੜੀ ਸਾਜ਼ਿਸ਼ ਇਹਦੇ ਪਿੱਛੇ ਕੰਮ ਕਰ ਰਹੀ ਹੈ। ਇਹਨੂੰ ਫੇਲ ਕਰਨ ਲਈ ਤੁਹਾਨੂੰ ਬੱਚਿਆਂ ਨੂੰ ਕੰਮ ਦੇਣਾ ਹੀ ਪੈਣਾ। ਮੈਂ 2 ਲੈਣਾ ਕਹਿ ਕੇ ਸੀਐਮ ਨੂੰ ਤੇ ਸਮਾਪਤੀ ਕਰਨ ਲੱਗਾ ਕਿ ਉੱਠ ਜਾਗ ਪੈ ਨੀਂਦ ਚੋਂ ਚਿਰਾਂ ਤੋਂ ਸੁੱਤੇ ਗਾਫਲਾ। ਗਾਫਲ ਕਹਿੰਦੇ ਬਹੁਤ ਸੁਸਤ ਆਦਮੀ ਨੂੰ। ਉੱਠ ਜਾਗ ਪੈ ਨੀਂਦ ਚੋਂ ਚਿਰਾਂ ਤੋਂ ਸੁੱਤੇ ਗਾਫਲਾ, ਬਲਦੀ ਸ਼ਮਾਂ ਵੱਲ ਤੁਰ ਪਿਆ ਪਤੰਗਿਆਂ ਦਾ ਕਾਫਲਾ।